सतनाम धन वाहिगुरु साहिब जी। सतनाम धन वाहिगुरु साहिब जी। जे जुग चाले आरजा होर दसुनी होए। नवा खंडां विच जाणीए नाल चले सब कोए। चंगा नाम रखाए कै जस कीरत जग ले। जे तिस नदर न आवई तावात न पुछै के। कीटा अंदर कीट कर दोषी दोष तरे। नानक निर्गुण गुण करे गुणवंतिया गुण दे। तिहा कोई ना सुझई जे तिस गुण कोई करे। नानक निर्गुण गुण करे गुणवंतिया गुण दे। तिहा कोई ना सुझई जे तिस गुण कोई करे। जुगो जुगी अटल चवर छतर तख्त दे मालक हाजरा हजूर जहरा जहूर शब्द गुरु साहिब श्री गुरु ग्रंथ साहिब महाराज जी की पावन हजूरी अंदर चल रही लड़ीवार कथा श्री जपजी साहिब जी की कथा विचार दे विच संध्या वेले तो हाजरियां भर रहे गुरमुख जनों वड्डे भागां वाले हाँ। आओ विचार आरंभ करन तो पहला गुरु चरनां दे विच सीस नवाउंदियां रसना पवित्र करदियां गज के फतेह दा जवाब फतेह विच दिओ। आखो जी वाहिगुरु जी का खालसा वाहिगुरु जी की फतेह। आज आपां चल रही श्री जपजी साहिब जी की कथा विचार की 7वीं पौड़ी की विचार सांझी करनी है। सतगुरु जी कृपा करन सिर ते मेहर भरिया हथ रखदियां आप अपनी बाणी की विचार करन की समर्था बख्शण। साहिब श्री गुरु नानक देव पातशाह जी इस पावन बाणी की दुआरा जिसका मनोरथ किव सचियारा हुई है कि वह कूड़े कुत्ते पाल दे महावाक वख वख पौड़ियां के दुआरा सानू सचियार होने के वास्ते समझा रहे हैं। इस पावन पौड़ी के द्वारा गुरु नानक देव पातशाह जी सानू समझाउण दा यतन करते हैं। आओ विचार दे वल आइए। गुरु नानक देव पातशाह जी आखरे ने जे जुग चाले आरजा होर दसूनी होए कि जे किसी मनुख की आरजा का अर्थ है उम्र भी उहदी उम्र इन्नी वड्डी हो जाए। होर दसूनी होए भी जिहड़े 4 युग मन्ने जाते हैं उन्हां युगां की जे युग चारे युगां जिन्नी किसी मनुख की उम्र हो गई भी एक युग की एक वक्री वक्री उम्र है तो 4 युगां की जिहड़ी उम्र बनती है वो 43,20,000 साल बनती। होर दसूनी होए 10 गुणा होर हो जाए 432 लाख किसी मनुख की उम्र भाव के इन्ना वड्डा मनुख इस संसार दे विच हो जाए उहदी उम्र नवां खंडां विच जाणी है नाल चले सब कोई। जिन्ने धरती के खंड हैं 9 खंड मन्ने जाते हैं उन्हां सारे खंडां दे विच उस मनुख का डंका वजे उहदा नामना होवे
ਤੇ ਜਦੋਂ ਕਿਤੇ ਉਹ ਚੱਲੇ ਤੇ ਉਹਦੀ ਆਓ ਭਗਤ ਕਰਨ ਦੇ ਵਾਸਤੇ, ਉਹਦੇ ਨਾਲ ਚੱਲਣ ਵਾਸਤੇ, ਸਾਰੀ ਦੁਨੀਆ ਉਹਦੇ ਨਾਲ ਤੁਰਨ ਵਾਸਤੇ ਤਿਆਰ ਹੋਵੇ। ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਇਸ ਪਾਵਨ ਬਾਣੀ ਦੇ ਦੁਆਰਾ, ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਕਿ ਸਾਡੇ ਸਮਾਜ ਦੇ ਵਿੱਚ ਇੱਕ ਰਿਵਾਜ ਹੈ ਕਿ ਜਦੋਂ ਅਸੀਂ ਕਿਸੇ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ, ਕਿਸੇ ਬਜ਼ੁਰਗ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਾਂ ਫਤਿਹ ਬੁਲਾਉਂਦੇ ਹਾਂ, ਤੇ ਉਹ ਸਾਨੂੰ ਅਕਸਰ ਅਸੀਸਾਂ ਦਿੰਦੇ ਆ। ਉਹ ਆਖਦੇ ਨੇ, ਪੁੱਤ ਤੇਰੀ ਉਮਰ ਲੰਮੇਰੀ ਹੋਵੇ, ਤੈਨੂੰ ਸਾਰੀ ਦੁਨੀਆ ਦੇ ਵਿੱਚ ਤੇਰਾ ਨਾਮਣਾ ਹੋਵੇ, ਰਹਿੰਦੀ ਦੁਨੀਆ ਤੱਕ ਲੋਕ ਤੈਨੂੰ ਯਾਦ ਰੱਖਣ। ਐਵੇਂ ਦੇ ਜਿਹੜੇ ਆਸ਼ੀਰਵਾਦ ਹਨ ਉਹ ਅਕਸਰ ਸਾਨੂੰ ਦਿੱਤੇ ਜਾਂਦੇ ਨੇ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਮੱਥਾ ਟੇਕਦੇ ਹਾਂ ਜਾਂ ਕਿਸੇ ਵੱਡੇ ਦਾ ਸਤਿਕਾਰ ਕਰਦੇ ਹਾਂ। ਤੇ ਮਨੁੱਖ ਦੀ ਹਜ਼ੂਰ ਆਖਦੇ ਵੀ ਇਹ ਸਮਝ ਹੈ ਵੀ ਉਹ ਸੋਚਦਾ ਹੈ ਵੀ ਮੈਨੂੰ ਆਸ਼ੀਰਵਾਦ ਮਿਲ ਗਿਆ ਤੇ ਹੁਣ ਇਸ ਆਸ਼ੀਰਵਾਦ ਨੂੰ ਹੀ ਉਹ ਸੱਚ ਜਾਣਨਾ ਸ਼ੁਰੂ ਕਰ ਦਿੰਦਾ ਹੈ। ਉਹ ਇਹ ਸਮਝਦਾ ਵੀ ਹੁਣ ਇਸ ਦੇ ਦੁਆਰਾ ਮੇਰੀ ਉਮਰ ਹੈ ਜਿਹੜੀ ਉਹ ਲੰਮੇਰੀ ਹੋ ਜਾਵੇਗੀ, ਮੇਰਾ ਜਿਹੜਾ ਨਾਮਣਾ ਹੈ ਸੰਸਾਰ ਦੇ ਵਿੱਚ ਉੱਚਾ ਹੋ ਜਾਵੇਗਾ, ਸਾਰੇ ਜਗਤ ਦੇ ਵਿੱਚ ਮੇਰਾ ਡੰਕਾ ਵੱਜੇਗਾ। ਪਰ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਉਮਰ ਨੂੰ ਵਧਾਉਣ ਦੇ ਵਾਸਤੇ ਪ੍ਰਾਣਾਯਾਮ ਕੀਤੇ ਜਾਂਦੇ ਸਨ, ਯੋਗ ਆਸਨ ਕੀਤੇ ਜਾਂਦੇ ਸਨ, ਤੇ ਆਪਣੀ ਜਿਹੜੀ ਉਮਰ ਹੈ ਉਸ ਨੂੰ ਲੰਮੀਰਾ ਰੱਖਣ ਦੇ ਵਾਸਤੇ ਕਸਰਤਾਂ ਕੀਤੀਆਂ ਜਾਂਦੀਆਂ ਸਨ। ਚੰਗਾ ਰਿਸ਼ਟ ਪੁਸ਼ਟ ਜਿਹੜਾ ਖਾਣਾ ਹੈ ਉਹ ਖਾਧਾ ਜਾਂਦਾ ਸੀ, ਕਿਉਂਕਿ ਸਰੀਰ ਜੇ ਤਾਕਤਵਰ ਹੋਵੇਗਾ, ਸਰੀਰ ਦੇ ਵਿੱਚ ਸ਼ਕਤੀ ਹੋਵੇਗੀ ਤੇ ਉਹਦੀ ਤੰਦਰੁਸਤੀ ਦਾ ਜਿਹੜਾ ਜ਼ਿਆਦਾ ਭਾਵ ਹੈ ਕਿ ਉਹਦੀ ਤੰਦਰੁਸਤੀ ਜ਼ਿਆਦਾ ਹੋਏਗੀ ਤੇ ਉਹ ਜਿਹੜਾ ਉਮਰ ਹੈ ਭਾਵ ਉਹਨੂੰ ਕੋਈ ਜ਼ਿੰਦਗੀ ਦੇ ਵਿੱਚ ਛੇਤੀ ਕੋਈ ਰੋਗ ਨਹੀਂ ਲੱਗੇਗਾ, ਤੇ ਜੇ ਰੋਗ ਨਹੀਂ ਲੱਗੇਗਾ ਤੇ ਉਹ ਛੇਤੀ ਬੁੱਢਾ ਵੀ ਨਹੀਂ ਹੋਵੇਗਾ। ਇਸ ਕਰਕੇ ਸਰੀਰ ਨੂੰ ਤਾਕਤਵਰ ਰੱਖਣ ਦੇ ਵਾਸਤੇ, ਜਵਾਨ ਰੱਖਣ ਦੇ ਵਾਸਤੇ, ਉਮਰ ਨੂੰ ਵਧਾਉਣ ਦੇ ਵਾਸਤੇ ਯੋਗ ਆਸਨ ਕੀਤੇ ਜਾਂਦੇ ਸਨ, ਪ੍ਰਾਣਾਯਾਮ ਕੀਤੇ ਜਾਂਦੇ ਸਨ। ਪੁੱਠੇ ਲਟਕ ਕੇ ਜੰਗਲਾਂ ਦੇ ਵਿੱਚ ਸਮਾਧੀਆਂ ਲਾ ਲਾ ਕੇ ਉਸ ਪਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਸੀ, ਜਿਸ ਦੇ ਕਾਰਨ ਕਹਿੰਦੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੋਕ ਹੁੰਦੇ ਸਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਵੀ ਉਹਨਾਂ ਦਾ ਮਿਲਾਪ ਹੋਇਆ। ਜਿਹੜੇ ਸਿੱਧ ਲੋਕ ਸਨ ਜਿਨ੍ਹਾਂ ਨੇ ਸਰੀਰ ਨੂੰ ਸਾਧ ਲਿਆ ਸੀ, ਕਹਿੰਦੇ ਉਹਨਾਂ ਦੀ ਉਮਰ ਬਹੁਤ ਲੰਮੇਰੀ ਸੀ, ਕੋਈ 100 ਸਾਲ ਦਾ ਸੀ, ਕੋਈ 200 ਸਾਲ ਦਾ ਸੀ। ਇਸ ਤਰ੍ਹਾਂ ਉਹਨਾਂ ਦੀ ਉਮਰ ਬਹੁਤ ਲੰਮੇਰੀ ਸੀ। ਪਰ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਵੀ ਇੰਨੀ ਲੰਮੇਰੀ ਉਮਰ ਹੋਣ ਦੇ ਬਾਵਜੂਦ ਵੀ ਅਪਦਾ ਕਾ ਮਾਰਿਆ ਗ੍ਰਹਿਸਤੀ ਵਰਤਾ, ਗ੍ਰਹਿ ਜਿਹੜਾ ਸੀ ਘਰ ਸੀ, ਅਪਦਾ ਦਾ ਮਾਰਿਆ ਹੋਇਆ, ਤ੍ਰਿਸ਼ਨਾ ਦਾ ਮਾਰਿਆ ਹੋਇਆ, ਮਜਬੂਰੀਆਂ ਦਾ ਮਾਰਿਆ ਹੋਇਆ ਜਿਹੜਾ ਮਨੁੱਖ ਸੀ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਕਹਿੰਦੇ ਘਰ ਨੂੰ ਛੱਡ ਕੇ ਜੰਗਲਾਂ ਦੇ ਵੱਲ ਦੌੜ ਗਿਆ। ਭਾਵ ਕਿ ਆਪਣੀ ਘਰ ਦੀ ਜਿਹੜੀ ਗ੍ਰਸਤ ਦੀ ਜਿਹੜੀ ਜ਼ਿੰਮੇਵਾਰੀ ਸੀ ਉਸ ਤੋਂ ਬਾਗੀ ਹੋ ਗਿਆ ਤੇ ਜਾ ਕੇ ਸੁਮੇਰ ਪਰਬਤ ਦੇ ਉੱਤੇ ਟਿਕਾਣਾ ਕਰ ਲਿਆ। ਹਜ਼ੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਜਦੋਂ ਵਿਚਾਰ ਹੋਈ ਸੀ ਨਾ, ਉੱਥੇ ਵੀ ਇਹੀ ਸਮਝਾਉਣ ਦਾ ਯਤਨ ਕੀਤਾ ਸੀ ਕਿ ਸਿੱਧ ਸਪ ਬੈਠੇ ਪਰਬਤੀ। ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਉਹਨਾਂ ਦੀ ਲਿਖਤ ਹੈ, ਕੌਣ ਜਗਤ ਕੋ ਪਾਰ ਉਤਾਰਾ, ਵੀ ਤੁਸੀਂ ਤੇ ਜਗਤ ਦੇ ਵਾਲੀ ਸੀ, ਤੁਸੀਂ ਜਗਤ ਨੂੰ ਸਮਝਾਉਣਾ ਸੀ, ਤੁਸੀਂ ਜਗਤ ਨੂੰ ਗਿਆਨ ਦੇਣਾ ਸੀ, ਕਿਉਂਕਿ ਤੁਸੀਂ ਗਿਆਨ ਹਾਸਲ ਕੀਤਾ ਹੈ, ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਨੇ, ਤੁਹਾਡੇ ਕੋਲ ਪਰਮਾਤਮਾ ਦੀ ਬੰਦਗੀ ਹੈ, ਤੇ ਤੁਸੀਂ ਤੇ ਇੱਥੇ ਪਰਬਤਾਂ ਦੇ ਵਿੱਚ ਆ ਕੇ ਛਪ ਗਏ, ਇੰਨੀਆਂ ਲੰਮੀਆਂ ਉਮਰਾਂ ਲੈ ਲੈ ਕੇ ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਇਸ ਲੰਮੀ ਉਮਰ ਦਾ ਕੀ ਫਾਇਦਾ ਜੀ? ਜਗਤ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜੋ ਜਗਤ ਦੇ ਵਿੱਚ ਇਸ ਵੇਲੇ ਸੰਸਾਰ ਦੀ ਹਾਲਤ ਹੈ ਕਿ ਸੰਸਾਰ ਦੇ ਵਿੱਚ ਤੇ ਜਿਹੜਾ ਦੁਨੀਆ ਦਾ ਹਾਲ ਸੀ ਇੰਨਾ ਮਾੜਾ ਹੋ ਚੁੱਕਿਆ ਸੀ ਕਿ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਉਹ ਵੀ ਬਾਗੀ ਹੋ ਚੁੱਕੀ ਸੀ, ਲੋਕਾਂ ਦੇ ਉੱਤੇ ਇੰਨੇ ਕੁ ਜ਼ੁਲਮ ਕਰਦੀ ਸੀ, ਇੰਨੇ ਕੁ ਟੈਕਸ ਲਾਏ ਗਏ ਸੀ ਕਿ ਉਹ ਜਿਹੜੇ ਲੋਕ ਸਨ ਉਹ ਸਿਰ ਚੁੱਕ ਕੇ ਉੱਚਾ ਵੇਖ ਨਹੀਂ ਸਕਦੇ। ਕਹਿੰਦੇ ਤੁਸੀਂ ਤੇ ਸੰਸਾਰ ਨੂੰ ਸਮਝਾਉਣਾ ਸੀ, ਇੰਨੀ ਲੰਮੀ ਉਮਰ ਲੈ ਕੇ ਤੁਸੀਂ ਪਰਬਤਾਂ ਦੇ ਵਿੱਚ ਜਾ ਕੇ ਬੈਠ ਗਏ, ਫਿਰ ਜਗਤ ਦਾ ਪਾਰ ਉਤਾਰਾ ਕਿਵੇਂ ਕਰਨਾ ਸੀ? ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਜੇ ਯੁਗ ਚਾਰੇ ਆਰਜਾ, ਜੇ 4 ਯੁਗਾਂ ਜਿੰਨੀ ਉਮਰ ਹੋ ਜਾਵੇ ਮਨੁੱਖ ਦੀ, ਉਸ ਹੋਰ ਦਸੂਣੀ ਹੋਵੇ, ਉਹਦੀ ਉਮਰ 10 ਗੁਣਾ ਹੋਰ ਹੋ ਜਾਵੇ, ਭਾਵ ਕਿ ਇੰਨਾ ਲੰਮਾ ਮਨੁੱਖ ਜੀਵਨ ਸੰਸਾਰ ਦੇ ਵਿੱਚ ਬਤੀਤ ਕਰਕੇ ਜਾਵੇ, 9 ਖੰਡਾਂ ਵਿੱਚ ਜਾਣੀਏ, ਸਾਰੇ 9 ਖੰਡ ਜਿਹੜੇ ਧਰਤੀ ਜਿੰਨੀ ਵੀ ਹੈ
ਉਹਦੇ 9 ਖੰਡ ਬਣਦੇ ਨੇ। ਕਹਿੰਦੇ ਸਾਰੀ ਧਰਤੀ ਦੇ ਵਿੱਚ ਉਹਦਾ ਨਾਮਣਾ ਹੋਵੇ, ਨਾਲ ਚੱਲੇ ਸਭ ਕੋਈ, ਹਰ ਕੋਈ ਉਹਦੇ ਨਾਲ ਉੱਠ ਕੇ ਤੁਰਨ ਵਾਲਾ ਹੋਵੇ, ਉਹਦੇ ਨਾਲ ਸਾਥ ਦੇਣ ਵਾਲਾ ਹੋਵੇ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹਜ਼ੂਰ ਆਖਦੇ ਕਿ ਜੇ ਉਹਦੇ ਕੋਲ ਪਰਮਾਤਮਾ ਦਾ ਨਾਮ ਨਹੀਂ, ਚੰਗਾ ਨਾਮ ਵਿਖਾਏ ਕੇ ਜਸ ਕੀਰਤ ਜਗ ਲੈ, ਪਰ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਜੇ ਪਰਮਾਤਮਾ ਦੀ ਨਜ਼ਰ ਦੇ ਵਿੱਚ ਨਹੀਂ ਆਇਆ, ਮਿਹਰ ਦੀ ਨਜ਼ਰ ਉਹਦੇ ਉੱਤੇ ਨਹੀਂ ਹੋਈ, ਕਹਿੰਦੇ ਫਿਰ ਉਹਦੀ ਇੰਨੀ ਲੰਮੀ ਉਮਰ ਇਸ ਸੰਸਾਰ ਦੇ ਵਿੱਚ ਭੋਗੀ ਹੋਈ ਵੀ ਵਿਅਰਥ ਹੈ। ਕਿਉਂਕਿ ਸੰਸਾਰ ਦੇ ਵਿੱਚ ਉਹਨੇ ਕੀ ਖਟਿਆ, ਸਿਰਫ ਇੱਕ ਧੜਾ ਬਣਾ ਲਿਆ ਜਾਂ ਆਪਣਾ ਨਾਮਣਾ ਖੱਟ ਲਿਆ, ਸੰਸਾਰ ਦੇ ਵਿੱਚ ਇੱਕ ਨਾਮਣਾ ਹੋ ਗਿਆ। ਕਹਿੰਦੇ ਇਹ ਤੇ ਸੰਸਾਰਿਕ ਤੌਰ ਤੇ ਪਤਾ ਹੈ ਕਿ ਜੋ ਵੀ ਸੰਸਾਰ ਦੇ ਵਿੱਚ ਖਟਿਆ ਹੈ, ਕਮਾਇਆ ਹੈ, ਉਹ ਉਸ ਨਿਰੰਕਾਰ ਦੇ ਦਰਬਾਰ ਤੱਕ ਨਹੀਂ ਜਾਣਾ। ਜੋ ਕੁਝ ਇਸ ਸੰਸਾਰ ਦਾ ਹੈ ਉਹ ਇੱਥੇ ਹੀ ਰਹਿ ਜਾਣਾ ਹੈ। ਕਿਉਂਕਿ ਨੰਗੇ ਇਸ ਸੰਸਾਰ ਦੇ ਵਿੱਚ ਆਏ ਸੀ, ਖਾਲੀ ਹੱਥੀਂ ਇਸ ਸੰਸਾਰ ਦੇ ਵਿੱਚ ਆਏ ਸੀ, ਤੇ ਅਖੀਰ ਨੂੰ ਖਾਲੀ ਹੱਥੀਂ ਹੀ ਇਸ ਸੰਸਾਰ ਦੇ ਵਿੱਚੋਂ ਜਾਣਾ ਪੈਣਾ। ਇੱਕ ਸੂਈ ਮਾਤਰ ਚੀਜ਼ ਵੀ ਸੰਸਾਰ ਦੇ ਵਿੱਚੋਂ ਨਾਲ ਨਹੀਂ ਜਾਣੀ। ਫਿਰ ਹਜ਼ੂਰ ਆਖਦੀ ਵੀ ਇੰਨੀਆਂ ਵੱਡੀਆਂ ਸਿਕਦਾਰੀਆਂ, ਇੰਨੇ ਵੱਡੇ ਨਾਮਣੇ ਕਮਾਉਣ ਦਾ ਕੀ ਮਤਲਬ? ਨਾਮ ਖੱਟਣਾ ਸੀ ਤਾਂ ਪਰਮਾਤਮਾ ਦੇ ਨਾਮ ਨੂੰ ਖੱਟਣਾ ਚਾਹੀਦਾ ਸੀ। ਤੇ ਹਜ਼ੂਰ ਪਾਵਨ ਬਾਣੀ ਦੇ ਅੰਦਰ ਸਮਝਾਉਣ ਦਾ ਯਤਨ ਕਰਦੇ ਨੇ ਕਿ ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਕਿਸੇ ਨੇ ਸੋਚ ਲਿਆ ਵੀ ਮੇਰਾ ਨਾਮਣਾ ਹੈ, ਮੇਰੇ ਨਾਲ ਖੜਨ ਵਾਲੇ ਮੇਰੇ ਮਿੱਤਰ ਹਨ, ਮੇਰਾ ਪੁੱਤਰ ਹੈ, ਮੇਰੇ ਭਰਾ ਹਨ, ਮੇਰੇ ਨਾਲ ਇਹ ਖੜਨਗੇ। ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਕਿਸੇ ਨੇ ਧੜਾ ਕਰ ਲਿਆ ਤੜਕੇ ਪਿੰਡ ਦਾ ਸਰਦਾਰ ਇਹਦੇ ਨਾਲ ਮੇਰੀ ਬਣਦੀ ਹੈ, ਮੈਨੂੰ ਇਹਦੇ ਕੋਲੋਂ ਕੁਝ ਨਾ ਕੁਝ ਖਾਣ ਵਾਸਤੇ ਮਿਲਦਾ ਹੈ ਜਾਂ ਮੇਰੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਇਸ ਚੌਧਰੀ ਦੇ ਕੋਲੋਂ। ਉਹਨੇ ਉਸ ਚੌਧਰੀ ਦੇ ਨਾਲ ਧੜਾ ਕਰ ਲਿਆ ਵੀ ਇਹ ਚੌਧਰੀ ਮੈਂ ਅੱਜ ਇਹਦੇ ਨਾਲ ਖੜਾ ਤੇ ਕੱਲ ਨੂੰ ਇਹਦੇ ਕੋਲੋਂ ਮੈਨੂੰ ਲੋੜਾਂ ਦੀ ਪੂਰਤੀ ਹੋਣੀ ਹੈ। ਤੇ ਹਜ਼ੂਰ ਆਖਦੇ ਨੇ ਹਮਾਰਾ ਧੜਾ ਹਰ ਰਹਿਆ ਸਮਾਈ। ਜਿਹੜਾ ਮੇਰਾ ਧੜਾ ਹੈ ਨਾ ਉਹ ਹਰੀ ਰੂਪ, ਉਹ ਪਰਮਾਤਮਾ ਹੈ। ਮੈਨੂੰ ਇਸ ਦੁਨਿਆਵੀ ਧੜਿਆਂ ਦੀ ਲੋੜ ਨਹੀਂ, ਮੈਨੂੰ ਇਹਨਾਂ ਦੁਨਿਆਵੀ ਪਦਾਰਥਾਂ ਦੀ ਲੋੜ ਨਹੀਂ, ਕਿਉਂਕਿ ਮੇਰਾ ਜਿਹੜਾ ਧੜਾ ਹੈ, ਜਿਹੜਾ ਉਹ ਪਰਮਾਤਮਾ ਹੈ। ਤੇ ਜਿਹਨੇ ਕਹਿੰਦੇ ਨੇ ਦਾਤੇ ਨੂੰ ਦਾਤ ਤੋਂ ਮੰਗਣ ਨੂੰ ਜ਼ਿਆਦਾ ਅਸੀਂ ਗੁਰੂ ਚਰਨਾਂ ਵਿੱਚ ਆ ਕੇ ਅਕਸਰ ਦਾਤਾਂ ਮੰਗਦੇ ਹਾਂ। ਕੁਝ ਦਿਨਾਂ ਦੇ ਵਾਸਤੇ ਸਾਡੀ ਦਾਤਾਂ ਦੇ ਦੁਆਰਾ ਪੂਰਤੀ ਵੀ ਹੋ ਜਾਂਦੀ ਹੈ, ਕਿਉਂਕਿ ਗੁਰੂ ਦਾ ਜਿਹੜਾ ਸੁਭਾਅ ਹੈ ਨਾ ਉਹ ਦੇਣ ਵਾਲਾ ਹੈ। ਉਹ ਕਦੇ ਦੇ ਕੇ ਚੀਜ਼ ਨੂੰ ਮੁੜ ਕੇ ਉਹਨੂੰ ਚਿਤਾਰਦਾ ਨਹੀਂ ਕਿ ਤੂੰ ਹਜੇ ਕੱਲ ਮੇਰੇ ਕੋਲ ਮੰਗਣ ਆਇਆ ਸੀ, ਅੱਜ ਫਿਰ ਮੰਗਣ ਆ ਗਿਆ। ਗੁਰੂ ਤੇ ਦਿੰਦਾ ਦੇ ਲੈਂਦੇ ਥੱਕ ਪਾਹੀ। ਅਸੀਂ ਥੱਕ ਜਾਂਦੇ ਹਾਂ ਲੈ ਲੈ ਕੇ, ਅਸੀਂ ਰੋਜ਼ ਆ ਕੇ ਮੰਗਦੇ ਹਾਂ। ਤੇ ਹਜ਼ੂਰ ਆਖਦੇ ਨੇ ਵੀ ਜਿਹੜੀਆਂ ਦਾਤਾਂ ਹਨ ਅਸੀਂ ਰੋਜ਼ ਮੰਗਦੇ ਹਾਂ, ਤੇ ਰੋਜ਼ ਜਿਹੜੀਆਂ ਦਾਤਾਂ ਹਨ ਦੂਜੇ ਕੁ ਦਿਨ ਸਾਡੀ ਦਾਤ ਦੀ ਪੂਰਤੀ ਹੋਈ ਹੁੰਦੀ। ਅਸੀਂ ਨਵੀਂ ਦਾਤ ਮੰਗਣ ਦੇ ਵਾਸਤੇ ਗੁਰੂ ਚਰਨਾਂ ਵਿੱਚ ਆ ਜਾਂਦੇ। ਕਹਿੰਦੇ ਜੇ ਚੰਗਾ ਹੋਵੇ ਤੂੰ ਦਾਤਾਂ ਦੇ ਨਾਲੋਂ ਉਹ ਦਾਤਾਂ ਦੇ ਭੰਡਾਰੇ, ਜਿਹੜਾ ਭੰਡਾਰਾ ਉਹ ਪਰਮਾਤਮਾ ਆਪ ਹੈ ਦਾਤਾ, ਵੀ ਉਹਨੂੰ ਮੰਗ ਲਵੇਂ। ਜਦੋਂ ਦਾਤਾ ਤੇਰੇ ਘਰ ਦੇ ਵਿੱਚ ਆ ਗਿਆ, ਦਾਤਾ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਸਮਾ ਗਿਆ, ਫਿਰ ਦੁਨਿਆਵੀ ਪਦਾਰਥਾਂ ਦੀ ਥੋੜ ਨਹੀਂ ਰਹੇਗੀ। ਕਿਉਂਕਿ ਉਸ ਪਰਮਾਤਮਾ ਕੋਲੋਂ ਮੰਗਦੀ ਹੈ, ਤੇ ਜਦੋਂ ਉਸ ਦਾਤਾਂ ਦੇ ਭੰਡਾਰੇ ਨੂੰ ਹੀ ਮੰਗ ਲਿਆ ਫਿਰ ਦਾਤਾਂ ਦੀ ਥੋੜ ਕਦੇ ਆਉਣੀ ਹੀ ਨਹੀਂ। ਹਜ਼ੂਰ ਇਹੀ ਸਾਨੂੰ ਇਸ ਪਾਵਨ ਪੰਕਤੀ ਦੇ ਦੁਆਰਾ ਇਸ 7ਵੀਂ ਪੌੜੀ ਦੇ ਵਿੱਚ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਇਹੋ ਜਿਹੇ ਮਨੁੱਖ ਵੀ ਹੋਏ ਨੇ, ਲੰਮੀਆਂ ਉਮਰਾਂ ਭੋਗ ਕੇ ਸੰਸਾਰ ਦੇ ਵਿੱਚੋਂ ਗਏ ਨੇ, ਤੇ ਉਸ ਪਰਮਾਤਮਾ ਦੇ ਨਾਮ ਨੂੰ ਕਦੇ ਚੇਤੇ ਨਹੀਂ ਕੀਤਾ। ਕਹਿੰਦੇ ਉਹ ਇਸ ਸੰਸਾਰ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਰਹਿਣਾ ਹੈ। ਇੰਝ ਜਾਣੋ ਵੀ ਉਸ ਪਰਮਾਤਮਾ ਦੀ ਜੇ ਮਿਹਰ ਦੀ ਨਜ਼ਰ ਦੇ ਵਿੱਚ ਨਹੀਂ ਆਈ, ਮਿਹਰ ਦੀ ਨਜ਼ਰ ਉਹਨਾਂ ਦੇ ਉੱਤੇ ਨਹੀਂ ਪਈ, ਉਹਨਾਂ ਦਾ ਖੱਟਿਆ ਹੋਇਆ ਨਾਮਣਾ, ਕੀਤੀ ਹੋਈ ਕਮਾਈ ਸਭ ਵਿਅਰਥ ਹੈ। ਇੱਕ ਛੋਟੀ ਜੀ ਸਾਖੀ ਦੇ ਨਾਲ ਸਮਝ ਪਾਵਾਂ। ਕਹਿੰਦੇ ਇੱਕ ਬਜ਼ੁਰਗ ਮਾਤਾ ਹੈ, ਉਹਨੇ ਆਪਣੇ ਪੁੱਤਰ ਨੂੰ ਬੜਾ ਪੜ੍ਹਾਇਆ, ਬੜੇ ਤੰਗੀ ਦੇ ਦਿਨ ਵੇਖੇ, ਬੜੀਆਂ ਕਿਰਸਾਂ ਕਰ ਕਰਕੇ ਪੁੱਤਰ ਨੂੰ ਉਹਨੇ ਪੜ੍ਹਾਇਆ, ਉਹਨੂੰ ਵਿਦੇਸ਼ ਦੇ ਵਿੱਚ ਭੇਜਿਆ। ਲੋਕਾਂ ਦੇ ਜੂਠੇ ਬਰਤਨ ਮਾਂਜਦੀ ਸੀ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ। ਕਹਿੰਦੇ ਪੁੱਤਰ ਵੀ ਬੜਾ ਜਦੋਂ ਜਾਣ ਵੇਲੇ ਮਾਂ ਦੇ ਗਲ ਦੇ ਨਾਲ ਲੱਗ ਕੇ ਰੋਇਆ ਕਿ ਮਾਤਾ ਮੈਂ ਚੱਲਿਆ, ਕਿਉਂਕਿ ਮਾਂ ਦਾ ਵਿਛੋੜਾ ਹੈ। ਜਦੋਂ ਧੀ ਪੁੱਤਰ ਦੂਰ ਜਾਂਦੇ ਨੇ ਤੇ ਅਕਸਰ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ। ਕਹਿੰਦੇ ਉਹ ਮਾਂ ਨੂੰ ਛੱਡ ਕੇ ਚੱਲਿਆ ਤੇ ਅੱਖਾਂ ਦੇ ਵਿੱਚ ਪਾਣੀ ਹੈ। ਅੱਜ ਹਮਦਰਦੀ ਪ੍ਰਗਟਾ ਰਿਹਾ।
विदेश चला गया। 1 साल बीतिया, 2 साल बीते, उतों की जिहड़ी चक्का चौंध सी, उतों की जिहड़ी रौनक सी उहदे विच गुम हो गया। 2 साल हो गए, ना तो मां नूं कदे उन्हें कोई चिट्ठी पाई, ना कदे उन्हें कोई फोन किया, ना कदे हाल चाल पुछया। जिस मां ने उस पुत्र नूं किरसां कर करके पालिया, कमाइयां कीतियां, उन्होंने विदेश तक भेजिया, अज वो पुत्र उस मां नूं विछोड़े दे विच छड्ड के, दुख दे विच छड्ड के उह तों मुनकर हो गया। कहंदे समा बीतिया, एक दिन मां ने एक चिट्ठी लिखी, तो चिट्ठी दे विच लिखदी है, उस पुत्र दे कोल चिट्ठी पहुँचती है। वो चिट्ठी नूं पढ़दा ते उहनूं आखदी है कि पुत्र, मैनूं लगदा है भी तू ठीक होवेगा, मैनूं यह अनुभव हुंदा है भी तेरा जिहड़ा काम काज है बड़ा वधिया होवेगा। हो सकदा है भी उस काम काज दे विच तू इन्ना क बिजी हो गया भी तैनूं मां दा चेता ही नहीं आया, पर मैं तैनूं तंग नहीं करांगी, मैं तैनूं औखा नहीं करांगी, पर तेरा पिता है जिहड़ा वो कई दिनों तो बीमार है। मेरे को जो कुछ हैगा सी मैं वेच वट के उहदी बीमारी ते ला दिता, पर वेखी पुत्र कि तू तंग ना होई, जे तेरे को थोड़े बहुते पैसे हैगे आ ते भेज दे, पर तू तंग ना होई। अजे भी मां दे विच पुत्र दे प्रति हमदर्दी है, पर पुत्र है जिहड़ा 2 साल तो मां तो बागी होया बैठा। कहंदी वो चिट्ठी पढ़ रहा सी, ने चिट्ठी पढ़ के अखीर नूं चिट्ठी पढ़ के बंद कर दी। कहंदी वो जिहड़ी चिट्ठी पढ़ रहा सी उहदा उस पुत्र का जिहड़ा मित्र सी पिछे खड़ा सी, उन्हें उस सारी चिट्ठी पढ़ ली। उस मनुख नूं आखदा है, उस मां के पुत्र नूं आखदा है भी तैनूं अपनी मां की सार लैनी चाहिए है, क्योंकि जिसने तैनूं पालिया, जिसने तैनूं पढ़ाइयां कराइयां ते इत्थों तक भेजिया, तू अज उहदी सार नहीं लै रहा, अज उहदे तो मुनकर होके बैठा है। कहंदे इसे तरह ही वो अकाल पुरख परमात्मा है, जदों साडा जन्म हुंदा है, जन्म तो ही वो साडे रिजक का प्रबंध पहला कर दिंदा है। वड्डे होने आ, पता है कि हुण इहदा जिहड़ा गुजारा है वो कल्ले दुध दे नाल नहीं होना, वो दंद है जिहड़े वो पैदा कर दिंदा भी हुण इहनूं नाल नाल थोड़ी थोड़ी खुराक की लोड़ है। थोड़ा जिहा वड्डा हुंदा है, फिर सारे मूँह दे विच दंद आ जांदे ने, फिर अपने हत्थां दे नाल अपनी पसंद की जिहड़ी चीज़ है खानी शुरू कर दिंदा है। भाव कि परमात्मा हर पैर के उत्ते मनुख की जिहड़ी मदद करदा है, उहनूं जन्म तो लैके मरण तक उहदे नाल अंग संग होके रहिंदा है। ते असीं हाँ उस माई दे वांगू, उस पुत्र दे वांगू कि अपने उस पिता दे कोलों बागी हो जाने। असीं उहदियां दित्तियां होईयां दातां दा शुकराना नहीं करदे, असीं उहदियां दित्तियां होईयां दातां नूं कदे मत्थे दे नाल ला के उहदा शुकराना नहीं करदे कि पातशाह जो कुछ मिलिया तेरे दर तो मिलिया। जे किते असीं ये महसूस करन दा यतन करिए भी सानू इस जगत नूं वेखण दे वास्ते परमात्मा ने अखां दित्तियां ने, जे किते अखां ना दिंदा ते किवें दा साडा जीवन होना सी, जे किते सुनन दे वास्ते कंन ना दिंदा ते किवें दा साडा जीवन होना सी, जे चलण दे वास्ते पैर ना दिंदा ते किवें दा साडा जीवन होना सी। सानू ते हर पल उस परमात्मा दा शुकराना करना चाहिए जिन्हें सानू इहो जिहियां बेमुल्लियां संसार दे विच अज भावें साइंस किन्नी भी तरक्की कर गई है, टुटे हुए अंग वड्डे हुए अंग दुबारे लाए जाते हैं, अखां की थां ते ऑपरेशन करके नवीं अखां लाइया जांदियां ने, पर जो चीज़ एक बारी उस परमात्मा ने बना दी उहदे वर्गा दोबारा कोई पैदा नहीं कर सकता, दोबारा बना नहीं सकता। इस करके हजूर सानू समझाउण दा यतन करते हैं भी जे जुग चारे आरजा होर दसूनी होवे, भावें 4 युगां जिन्नी किसी मनुख की उम्र हो जाए, उस तो बाद होर दसूनी होवे, 10 गुणा होर उहदी उम्र हो जाए। एक युग की उम्र 43,20,000 है, 432 लाख उस मनुख की साल है जिहड़े इन्ने साल उहदी उम्र हो जाए। 9 खंडां विच जाणी है, नाल चले सब कोई, 9 खंड धरती दे मन्ने जांदे ने, उहदे विच उहनूं जाणिया जावे, उहदे नाम नूं हर कोई जाणदा होवे, ते जदों वो तुरे ते उहदे नाल चलण वाले हरेक अनेकां लोक जिन्ने भी लोक हैं उहदे नाल उठ खड़े होवन। चंगा नाम रखाए के जस कीरत जग ले, चंगा नाम रखाए के चंगी नाम वारी खट के, हजूर आखदे चंगे नामने वाला होके जस कीरत जग ले, इस जग की जिहड़ी कीरती है वो शोभा है जिहड़ी जग दे विच वो ले वो खटे, पर जे तिस नदर ना आवे तां बात ना
ਪੁੱਛੇ ਕਿ ਪਰ ਜੇ ਕਿਤੇ ਉਹ परमात्मा की मेहर की नज़र दे विच नहीं आउंदा मनुख, कहंदे फिर उहदी वात ना पुछे कि उहनूं कोई भी उहनूं जानन वाला नहीं, उहनूं कोई भी इस गल नूं उसनूं मन्नण वाला नहीं कि इस संसार दे विच कोई चंगा कारज करके गया होवेगा। क्योंकि जे वो इस संसार दे विच उहने खटिया इत्थे ते उहनूं सारे जानदे होवणगे, पर उहदे कोल नाम रूपी खजाना नहीं जिहड़ा इस संसार समुद्र तो उहनूं पार लैके जावेगा। उस दरबार दे विच नाम ने सहाई होना है ते नाम रूपी खजाना उहदे कोल है नहीं। ते हजूर आखदे ने वात ना पुछे कि उहदी किसी ने गल नहीं पुछनी, उसदी किसी ने वात नहीं पुछनी, भाव की सार नहीं लैनी। ते कीटां अंदर कीट कर दोषी दोष धरे, जिहड़े कीड़े हुंदे हन, असीं भोजन खाने आ, असीं भोजन खाने आ ते ओह पच जांदा है, उहदे विच कीड़े बनदे ने। कहंदे ओह विष्टा दे विच जिहड़ा बणिया होया कीड़ा है वो भी यही दोष देगा। कीटां अंदर कीट, कीड़ियां दे अंदर एक बणिया होया कीड़ा, जिहड़े छोटे तो छोटे जिहड़े असीं अखां दे नाल कीड़े नहीं वेख सकदे, उन्हां कीड़ियां दे अंदर बैठा होया कीड़ा भी सानूं दोष देवेगा। कीटां अंदर कीट कर दोषी, सानूं दोषी करार देवेगा, दोष धरे भी जे किते तू रब दा नाम जपिया हुंदा ते अज मेरी ये हालत ना होनी। वो भी साडे उत्ते बलेम लावेगा भी मैं एक कीड़ा हाँ, मैं इस विष्टा दे विच फसिया ते तेरे कारण फसिया। जे तू किते रब दी बंदगी कीती हुंदी, किते रब दे नामणे नूं चेते कीता हुंदा ते अज जिहड़ी तेरी ये हालत है ये कदे ना होनी। क्योंकि वो परमात्मा हर जगह दे उत्ते सहाई हुंदा है। जदों किते असीं ते गल कीती है ना भी साडा जन्म हुंदा है उदों तो पालन पोषण करदा है, वो ते जन्म तो पहलां भी साडा पालन पोषण करदा है। मात गर्भ में आपन सिमरन दी तां तुम राखण हारे। इस संसार दे विच जदों साडा हजे जन्म नहीं होया, माँ दे गर्भ दे विच भी साडी वो सहायता करदा है। मात गर्भ में आपन सिमरन दे, क्योंकि कहंदे वो जठर दी अगन है, ਉਹਦਾ तापमान इन्ना ਹੁੰਦਾ भी ਉੱਥੇ भी परमात्मा हथ दे के बचा के रखदा है, ਉੱਥੇ भी वो परमात्मा ਉਹਨੂੰ सिमरन दे नाल जोड़ के रखदा है। पर जिवें ही ਉਹਦੀ सिमरन दे नालों लिव टुटदी है, अक्सर रोज़ शब्द गुरबाणी का शाम ਨੂੰ पढ़दे आ, लिव टुटी लगी तृष्णा माया अमर वरताया। जदों उत्थे पुट्ठा लटकिया सी ते परमात्मा दे अगे अरदासां बेनतियां करदा सी कि परमात्मा ही वाहिगुरू मैनूं इस जठर दी अगन दे विचों कढ लै, इस जठर दी अगन दे विचों मैनूं बचा लै। मैं इस संसार दे विच आके तेरे नाम नूं चेते करांगा, तेरे नामणे नूं खट्टांगा। पर कहंदे जिवें ही संसार दे विच ओह आउंदा है, ओहदी जिहड़ी मन दी सिमरन दी जिहड़ी लिव लगी हुई सी, लिव टुटी लगी तृष्णा माया अमर वरताया। जिहड़ी माया सी उन्हें अपना अमर अपना प्रभाव पाउणा शुरू कर दिता। भाव कि इस संसार की चकाचौंध है जिहड़ी, जिस संसार की जगत की उस चकाचौंध ने उसनूं मोहित कर दिता। तो हजूर अगे समझाउण दा यतन करते हैं कि जदों तेरा जन्म होया बाहर व्यवस्था तुझे प्यारे दूध भर जोबन भोजन सुख सूद, बिरद पया उपर साख सैन मुख अपियाओ बैठ को देन। जन्म दे वेले माँ बन के सहाई हुंदा है, वड्डा हुंदा है, उदों वेले दोस्त मित्र बन के सहाई हुंदा है। बिरद पया उपर साख सैन, ते जदों बुढ़ा हुंदा है उदों तेरे आले दुआले तेरे धीआं पुत्र साख संबंधी सारे आण के खड़े हो जाते हैं। ये उस परमात्मा की वड्डियाई है भी आया तो इकल्ला ही सी ना संसार दे विच, फिर संसार दे नाल उहदी सांझ बनदी है, घर दे विच पत्नी आउंदी है, बच्चे हुंदे ने, फिर बच्चियां दे नाल परिवार बन जांदा है, साख संबंधी रिश्तेदार बन जाते हैं। तो जदों संसार तो कूच करदा है उस वेले फिर उहदे 150 जिहड़े रिश्तेदार हुंदे हन, हज़ारां दी भीड़ उहदे आले दुआले खड़ी हुंदी है भी हुण ये बंदा चले है, इस संसार तो चले है। हजूर यही सानूं समझाउण दा यतन करदे ने कि जे वो चंगी नामवारी खट के भी सारे संसार दे विच शोभा प्राप्त कर ले, पर जेकर अकाल पुरख की मेहर की नज़र दे विच नहीं आउंदा, परमात्मा की जे नज़र ना आवी, उहदी मेहर की नज़र विच नहीं आया, कहंदे वो मनुख तां वो बंदा इवें जानदा है, इवें उस बंदे नूं समझो भी जिसकी कोई खबर भी नहीं पुछदा, जिहदी बात ना पुछे कि जिहदी कोई बात पुछण वाला भी नहीं, भी जिन्हें रब दे नाम नूं चेते नहीं कीता ते इतनी मान वडियाई वाला हुंदियां होइयां भी असल विच वो निआसरा है। इन्ना कुछ कोल हुंदियां होइयां भी जे रब का नाम वो कोल नहीं तो समझ लो कहते निआसरा है। तो हजूर यही समझण का यतन करते हैं, समझाउण का यतन करते हैं कि खसमे नदरी कीड़ा आवे जे
उस खसम की नज़र हो जाए, मेहर की नज़र हो जाए, तो उन्होंने एक कीड़ा भी जिहड़ा है उसनों वड्डा लगता है, वो कीड़े नूं भी थापड़ा दे के उहदा जीवन सवार दिंदा है। हजूर आखदे ने नानक निर्गुण गुण करे गुणवंतियां गुण दे। वो जिहड़ा नानक आखदा है वो परमात्मा की निर्गुण जिहड़े गुणा तो हीणे मनुख हैं उन्हां दे अंदर भी गुण पैदा करदा है, ते गुणवंतियां गुण दे जिहड़े गुणा वाले मनुख हैं जिहड़े उस परमात्मा नूं नाम नूं उहदे नूं चेते करदे ने उन्हां दे अंदर होर गुण पैदा करदा है। तिहा कोई ना सुझई जे इस गुण कोई करे, पर उहदे वर्गा जिहड़ा निर्गुणियां दे विच भी गुण पैदा करन वाला है, निआसरियां नूं जिहड़ा आसरा देण वाला है, निमाणियां नूं जिहड़ा मान देण वाला है, कहंदे उहदे वर्गा कोई होर इस जगत दे विच नहीं, कोई होर इस संसार दे विच नहीं। जे इस गुण कोई करे जिहड़ा इहो जे गुण पैदा कर दवे। जिवें गुरु की उदाहरण दिंदियां होइयां कहंदे जिहड़ा गुरु है ना वो तीन तरह दा है, गुरदाता गुर हिवै कर गुर दीपक तेह लोई, अमर पदार्थ नानका मन माने सुख होई। कहंदे जिहड़ा गुरु है एक दीपक है, दीपक की तरह जिहड़ा सारे जगत नूं चानना दिंदा है। गुर हिवै कर जिहड़ा गुरु है, हिवे का अर्थ हुंदा है हिम, हिमालय जिवें कहंदे ने बर्फ का घर, हिवे का अर्थ है बर्फ वर्गा, वो ठंडा उहदा सुभाव है। गुर दीपक गुरदाता गुर हिवै कर गुर दीपक तेह लोई, तिन्हां जगतां दे विच जिहदा चानना है कहंदे वो परमात्मा इहो जिहा है, कहंदे उहदे नाम नूं चेते करना ही चाहिए। ते गुरु का जिहड़ा सुभाव है एक पारस वर्ग है, जिवें एक पारस किसी धात दे नाल छूंदा ते उहनूं अपने वर्गा बना लैंदा है, उसे तरह कहंदे गुरु है जिहड़ा गुरु दे दर ते आके उहदे नाम नूं चेते करदा है, उहदी बाणी दी विचार दे नाल जुड़दा है, उहदी बाणी नूं चेते करदा है, वो गुरु मेहर करके उसनूं अपने वर्गा बना लैंदा है। गुरु दे नाल जिहड़ा जुड़ गया हजूर आखदे वो गुरु रूप हो जांदा है। तिहा कोई ना सुझई जे इस गुण कोई करे, पर उहदे वर्गा कोई होर इस संसार दे विच नहीं जिहड़ा इहो जे गुणां नूं जिहड़ा निगुणियां नूं भी गुण बख्शिश करदा होवे। वो परमात्मा सिर्फ इको है जिहदा इस संसार दे विच नामना है। सो सतगुरु जी सानू इस पावन पौड़ी के द्वारा यही समझाउण दा यतन करते हैं कि जिहड़े मनुख उस परमात्मा के नाम नूं चेते करन दे वास्ते इस संसार दे विच आउंदे ने, चाहे वो प्राणायाम की सहायता दे नाल अपनी उम्र है जिहड़ी उहनूं वधाउंदे ने, उसनूं बहुत लंमेरी उम्र कर लैंदे ने, मान आदर प्राप्त करन दे वास्ते इस संसार दे विच उन्हां दा नामना होवे, जगत दे विच उन्हां नूं चेते करिया जावे। पर हजूर आखदे जे नज़र ना आवे, जे किते वो मेहर की नज़र दे विच नहीं आउंदे उस परमात्मा दी, कहंदे उन्हां दा जन्म इवें जाणो कीटां अंदर कीट कर दोषी दोष धरे, कीड़ियां दे अंदर निक्का जिहा बैठा कीड़ा भी दोष लावेगा कि इहदे करके मैनूं सज़ा प्राप्त हुई है, यही दोषी है। इस करके जे इहने रब दे नाम नूं चेते कीता हुंदा ते उहदी जिहड़ा जीवन है वो सफला हो जाना सी, क्योंकि लंमेरी उम्र दे नाल गुरु दरबार दे विच गुरु दे चरणों दे विच मान वडियाई प्राप्त नहीं हुंदी। इत्थे ते ओ साहिबजादियां दी गल करिए ते 5 साल ते 7 साल दे साहिबजादे हन जिन्हां नूं अज बाबा करके जाणिया जांदा है, उन्हां दी उम्र बिल्कुल थोड़ी सी, पर उन्हां कोल रब दा नाम रूपी खजाना सी, जिन्हां ने पंथ दे रस्ते दे उत्ते चल के अपने निश्चय तो अडोल रह के उस परमात्मा के नाम नूं चेते कीता ते अज सारी सृष्टि उन्हां नूं बाबा जान के आखदी है, बाबा जान के जानदी है। सो गुरु भी यही समझाउण दा यतन करदे ने कि उस परमात्मा नूं चेते करिया जावे, बिना किसी स्वार्थ दे, बिना किसी भेदभाव दे उहदे चरनां दे नाल जुड़िया जावे ते उहदे नाम नूं इह ना सोचिया जावे कि मेरी उम्र दे द्वारा ही चेते किया जा सकदा है, भी ज़्यादा लंबी उम्र होवेगी तां ही रब नूं चेते करांगे। नहीं, कहंदे सवास जिन्ने भी बख्शिश हुए हैं थोड़े हैं, क्या परिभाषा इस भांडे का इतन लागे ठनका, की पता लगता है हम आदमी हाँ एकदमी मोहलत मोहत न जाना, किस वेले सानू उस रब्बी दरगाह दे विचों बुलावा आ जाना है। सो जिन्ना समा मिले है उस गुरु दे नाल रह के गुरु दे चरनां दे विच अर्पित करदियां रब्बी भाणे दे विच रह के जीउण दा यतन करिए। सो सतगुरु जी कृपा करन। अखीरलियां 2 पंक्तियां पढ़ के समाप्ति है जी। नानक निर्गुण गुण करे
गुणवंतिया गुण दे, तिहा कोई ना सुझई, जे तिस गुण कोए करे। वाहिगुरु जी का खालसा, वाहिगुरु जी की फतेह।